ਆਪਾਂ ਬਹੁਤ ਕੁਝ ਕਰਦੇ ਹਾਂ ਆਪਣੀ ਸਿਹਤ ਵਾਸਤੇ। ਆਪਾਂ ਐਕਸਰਸਾਈਜ਼ ਕਰਦੇ ਹਾਂ, ਆਪਾਂ ਜਿਮ ਕਰਦੇ ਹਾਂ, ਆਪਾਂ ਪੂਰੇ ਪ੍ਰੋਪਰ ਡਾਈਟਰੀ ਸਪਲੀਮੈਂਟਸ ਲੈਂਦੇ ਹਾਂ, ਲੇਕਿਨ ਕੁਝ ਬੇਸਿਕ ਚੀਜ਼ਾਂ ਨੂੰ ਆਪਾਂ ਇਗਨੋਰ ਕਰਦੇ ਹਾਂ। ਔਰ ਉਸ ਜਿਹੜੀ ਇਗਨੋਰੈਂਟ ਲਿਸਟ ਦੇ ਵਿੱਚ ਮੈਂ ਕੈਲਸ਼ੀਅਮ ਨੂੰ ਬਹੁਤ ਉੱਚੀ ਪਾਇਦਾਨ ਵਿੱਚ ਰੱਖਾਂਗੀ। ਅੱਜ ਦੇ ਡਾਈਟ ਟਿਪ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਕੈਲਸ਼ੀਅਮ ਦੀ ਸਾਡੀ ਬਾਡੀ ਵਿੱਚ ਕੀ ਇੰਪੋਰਟੈਂਸ ਹੈ, ਔਰ ਜੇ ਆਪਾਂ ਕੈਲਸ਼ੀਅਮ ਸਹੀ ਮਾਤਰਾ ਵਿੱਚ ਨਾ ਲਈਏ ਤਾਂ ਆਪਾਂ ਨੂੰ ਕੀ ਇਹਦੇ ਹੈਲਥ ਤੇ ਅਫੈਕਟਸ ਹੋ ਸਕਦੇ ਹਨ। ਸੋ ਕੈਲਸ਼ੀਅਮ ਤੁਸੀਂ ਜਾਣਦੇ ਹੋ ਕਿ ਸਾਡੀਆਂ ਬੋਨਸ ਔਰ ਸਾਡੇ ਦੰਦਾਂ ਦੀ ਹੈਲਥ ਵਾਸਤੇ ਬਹੁਤ ਜ਼ਰੂਰੀ ਹੈ। ਸਾਡੇ ਸਰੀਰ ਦੇ ਬਹੁਤ ਸਾਰੇ ਫੰਕਸ਼ਨਸ ਹੈਗੇ ਜਿਹੜੇ ਕਿ ਕੈਲਸ਼ੀਅਮ ਦੇ ਬਗੈਰ ਨਹੀਂ ਚੱਲ ਸਕਦੇ। ਕੈਲਸ਼ੀਅਮ ਡੈਫੀਸ਼ੀਐਂਸੀ ਜੇ ਕਿਸੇ ਨੂੰ ਹੈ ਤਾਂ ਤੁਹਾਨੂੰ ਪੈਲਪੀਟੇਸ਼ਨਸ ਹੋ ਸਕਦੀਆਂ। ਪੈਲਪੀਟੇਸ਼ਨ ਦਾ ਮਤਲਬ ਹੈ ਤੁਹਾਨੂੰ ਆਪਣੇ ਦਿਲ ਦੀ ਧੜਕਨ ਸੁਣਾਈ ਦੇਗੀ। ਜੇ ਤੁਹਾਨੂੰ ਕੋਈ ਵੀ ਹਾਰਟ ਦੀ ਪ੍ਰੋਬਲਮ ਨਹੀਂ ਹੈ, ਜੇ ਤੁਹਾਡਾ ਦਿਲ ਜ਼ੋਰ ਦੀ ਧੜਕਦਾ ਹੈ, ਸਟ੍ਰੈਸ ਹੁੰਦਾ ਹੈ, ਇੱਕਦਮ ਪੈਨਿਕ ਅਟੈਕ ਹੁੰਦਾ ਹੈ, ਤਾਂ ਇਹ ਕੈਲਸ਼ੀਅਮ ਦੀ ਡੈਫੀਸ਼ੀਐਂਸੀ ਦੀ ਵਜ੍ਹਾ ਨਾਲ ਵੀ ਹੋ ਸਕਦਾ ਹੈ। ਸੋ ਤੁਸੀਂ ਆਪਣਾ ਕੈਲਸ਼ੀਅਮ ਲੈਵਲ ਜ਼ਰੂਰ ਚੈੱਕ ਕਰਵਾਓ। ਇਸ ਤੋਂ ਇਲਾਵਾ ਜਦੋਂ ਬ੍ਰੇਨ ਦੇ ਵਿੱਚ ਕੋਈ ਨਿਊਰੋਲੋਜੀਕਲ ਪ੍ਰੋਬਲਮਸ ਵੀ ਆ ਸਕਦੀਆਂ, ਤੁਹਾਨੂੰ ਲੱਗੇਗਾ ਕਿ ਤੁਹਾਨੂੰ ਕੁਝ ਸਮਝ ਨਹੀਂ ਆ ਰਿਹਾ, ਤੁਹਾਨੂੰ ਸਮਝਣ ਦੇ ਵਿੱਚ, ਕਿਸੇ ਚੀਜ਼ ਨੂੰ ਕਰਨ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ, ਤਾਂ ਇਹ ਵੀ ਹੋ ਸਕਦਾ ਹੈ ਕਿ ਕੈਲਸ਼ੀਅਮ ਡੈਫੀਸ਼ੀਐਂਸੀ ਹੋਵੇ। ਇਸ ਤੋਂ ਇਲਾਵਾ ਜਦੋਂ ਤੁਸੀਂ ਕਈ ਵਾਰੀ ਹੱਥ ਕਿਤੇ ਰੱਖਦੇ ਹੋ ਤਾਂ ਜਦੋਂ ਤੁਸੀਂ ਹੱਥ ਨੂੰ ਚੁੱਕਦੇ ਹੋ ਤਾਂ ਉਹ ਨਮ ਹੋ ਜਾਂਦਾ ਹੈ, ਉਹ ਸੁੰਨ ਹੋ ਜਾਂਦਾ ਹੈ। ਆਮ ਤੌਰ ਤੇ ਆਪਾਂ ਕਹਿੰਦੇ ਹਾਂ ਕਿ ਜੇ ਸਾਡੇ ਹੱਥਾਂ ਵਿੱਚ ਸੁੰਨਪਨ ਆ ਗਿਆ ਤਾਂ ਆਪਾਂ ਵਿਟਾਮਿਨ ਬੀ ਕੰਪਲੈਕਸ ਦੇ ਇੰਜੈਕਸ਼ਨਸ ਲਗਵਾ ਲਾਂਗੇ, ਲੇਕਿਨ ਜੇ ਉਹਦੇ ਨਾਲ ਵੀ ਤੁਹਾਨੂੰ ਰਿਲੀਫ ਨਹੀਂ ਮਿਲਦਾ ਤਾਂ ਡੈਫੀਨੇਟਲੀ ਤੁਸੀਂ ਕੈਲਸ਼ੀਅਮ ਤੁਹਾਡੀ ਬਾਡੀ ਵਿੱਚ ਘੱਟ ਹੈ, ਤੁਸੀਂ ਕੈਲਸ਼ੀਅਮ ਦੇ ਸਪਲੀਮੈਂਟਸ ਡੈਫੀਨੇਟਲੀ ਲਵੋ। ਇਸ ਤੋਂ ਇਲਾਵਾ ਬਹੁਤ ਸਾਰੇ ਬੱਚੇ ਹੁੰਦੇ ਆ, ਬੱਚੀਆਂ ਜਿਨ੍ਹਾਂ ਨੂੰ PMS ਯਾਨੀ ਕਿ ਪ੍ਰੀ ਮੈਂਸਟਰਲ ਸਿੰਡਰੋਮ ਬਹੁਤ ਤੰਗ ਕਰਦਾ ਹੈ। ਉਹਨਾਂ ਨੂੰ ਪੇਟ ਵਿੱਚ ਬਹੁਤ ਦਰਦ ਹੁੰਦੀ, ਕਈ ਬੱਚੀਆਂ ਬੇਹੋਸ਼ ਹੋ ਜਾਂਦੀਆਂ, ਕਈਆਂ ਨੂੰ ਬਹੁਤ ਜ਼ਿਆਦਾ ਪੇਨ ਰਹਿੰਦੀ ਹੈ ਬਾਡੀ ਦੇ ਵਿੱਚ। ਤਾਂ ਇਹ ਸਾਰੇ ਜਿਹੜੇ ਐਗਰੈਸਿਵ ਸਿੰਪਟਮਸ ਹੈਗੇ ਆ ਪ੍ਰੀ ਮੈਂਸਟਰਲ ਸਿੰਡਰੋਮ ਦੇ, ਇਹ ਕੈਲਸ਼ੀਅਮ ਦੀ ਕਮੀ ਦੀ ਵਜ੍ਹਾ ਨਾਲ ਵੀ ਹੋ ਸਕਦੇ ਆ। ਇਸ ਤੋਂ ਇਲਾਵਾ ਜੇ ਤੁਹਾਡੀ ਸਕਿਨ ਬਹੁਤ ਡਰਾਈ ਹੈ, ਤੁਸੀਂ ਬਹੁਤ ਸਾਰਾ ਕਰੀਮਸ ਲਗਾਉਂਦੇ ਹੋ, ਕੋਕੋਨਟ ਆਇਲ ਲਗਾਉਂਦੇ ਹੋ, ਫਿਰ ਵੀ ਤੁਹਾਨੂੰ ਫਰਕ ਨਹੀਂ ਪੈ ਰਿਹਾ, ਬਾਰ-ਬਾਰ ਤੁਹਾਨੂੰ ਐਗਜ਼ੀਮਾ ਹੋ ਰਹੀ ਹੈ, ਤਾਂ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਕੈਲਸ਼ੀਅਮ ਦੀ ਡੈਫੀਸ਼ੀਐਂਸੀ ਹੋਵੇ। ਇਸ ਤੋਂ ਇਲਾਵਾ ਜੇ ਤੁਸੀਂ ਤੁਹਾਡੀਆਂ ਜਿਹੜੇ ਟੀਥ ਹੈਗੇ ਆ ਉਹਦੇ ਯੈਲੋ ਕਲਰ ਦੇ ਹੋ ਗਏ ਆ, ਤਾਂ ਇਹ ਵੀ ਇੱਕ ਕੈਲਸ਼ੀਅਮ ਦੀ ਡੈਫੀਸ਼ੀਐਂਸੀ ਦਾ ਸਿੰਪਟਮ ਹੁੰਦਾ ਹੈ। ਤੁਹਾਡੇ ਬਾਲ ਝੜ ਰਹੇ ਆ, ਤੁਸੀਂ ਪੂਰੇ ਸਾਰੇ ਵਿਟਾਮਿਨਸ ਵੀ ਲੈ ਰਹੇ ਹੋ, ਤੁਸੀਂ ਅੱਛੀ ਡਾਈਟ ਵੀ ਲੈ ਰਹੇ ਹੋ, ਇਸ ਦੇ ਬਾਵਜੂਦ ਹੈਅਰ ਫਾਲ ਰੁਕ ਨਹੀਂ ਰਿਹਾ, ਤਾਂ ਇਹ ਵੀ ਕੈਲਸ਼ੀਅਮ ਦੀ ਡੈਫੀਸ਼ੀਐਂਸੀ ਦਾ ਸਿੰਪਟਮ हो सकता है। ਤੁਹਾਡੇ ਨੇਲਸ हैं, ਨੇਲਸ ਟੁੱਟ ਰਹੇ हैं ਬਾਰ-ਬਾਰ, ਤੁਸੀਂ ਪ੍ਰੋਪਰ ਮੈਨੀਕਿਉਰ ਕਰਾ ਰਹੇ ਹੋ, ਤੁਸੀਂ ਸਪਲੀਮੈਂਟਸ ਲੈ ਰਹੇ ਹੋ, ਲੇਕਿਨ ਫਿਰ ਵੀ ਜੇ ਤੁਹਾਡੇ ਨੇਲਸ ਔਰ ਹੈਅਰ ਦੀ ਹੈਲਥ ਤੇ ਤੁਹਾਡੀ ਸਕਿਨ ਦੀ ਹੈਲਥ ਅੱਛੀ ਨਹੀਂ ਹੈ ਤਾਂ ਇਹ ਸਿੰਪਟਮਸ ਹੋ ਸਕਦੇ ਹਨ ਕਿ ਤੁਹਾਨੂੰ ਵਿਟਾਮਿਨ ਡੀ ਔਰ ਕੈਲਸ਼ੀਅਮ ਦੀ ਕਮੀ ਹੈ। ਸੋ ਕੈਲਸ਼ੀਅਮ ਨੂੰ ਤੁਸੀਂ ਪ੍ਰੋਪਰ ਇੰਪੋਰਟੈਂਸ ਦਿਓ, ਸਪੈਸ਼ਲੀ ਜਿਹੜੀਆਂ ਪੋਸਟ ਮੈਨੋਪੌਜ਼ਲ ਵੂਮਨ ਹੈ, ਜਿਨ੍ਹਾਂ ਲੇਡੀਜ਼ ਦੇ ਸਾਈਕਲਸ ਹੁਣ ਬੰਦ ਹੋ ਗਏ हैं, ਉਹਨਾਂ ਵਾਸਤੇ ਕੈਲਸ਼ੀਅਮ ਲੈਣਾ ਬਹੁਤ ਜ਼ਰੂਰੀ ਹੈ। ਬਿਕੋਜ਼ ਕੈਲਸ਼ੀਅਮ ਇਜ਼ ਅ ਪ੍ਰੋਟੈਕਟਰ ਆਫ ਹਾਰਟ ਦੇ ਕਈ ਫੰਕਸ਼ਨਸ ਹੈਗੇ ਜਿਹੜੇ ਕੈਲਸ਼ੀਅਮ ਦੀ ਡੈਫੀਸ਼ੀਐਂਸੀ ਦੇ ਨਾਲ ਜਿਹੜੇ ਜਾਂ ਕੈਲਸ਼ੀਅਮ ਦੀ ਐਕਸੈਸ ਦੇ ਨਾਲ ਜਿਹੜੇ ਅਫੈਕਟ ਹੋ ਸਕਦੇ ਹੈ। ਸੋ ਤੁਸੀਂ ਆਪਣਾ ਕੈਲਸ਼ੀਅਮ ਲੈਵਲ ਚੈੱਕ ਕਰਵਾਓ ਆਪਣੇ ਡਾਕਟਰ ਤੋਂ, ਆਪਣੇ ਡਾਈਟੀਸ਼ੀਅਨ ਤੋਂ, ਤੁਸੀਂ ਕੈਲਸ਼ੀਅਮ ਰეკਮੈਂਡ ਕਰਾਓ। ਬਿਕੋਜ਼ ਜਿਹੜੇ ਮੈਂਸਟਰੇਟਿੰਗ ਵੂਮਨ ਔਰ ਜਿਹੜੀਆਂ ਪੋਸਟ ਮੈਂਸਟਰੇਟਿੰਗ ਵੂਮਨ ਹੁੰਦੀਆਂ ਉਹਨਾਂ ਦੇ ਵਿੱਚ ਕਾਫੀ ਡਿਫਰੈਂਸ ਹੁੰਦਾ ਹੈ ਪ੍ਰੋਟੀਨ ਔਰ ਕੈਲਸ਼ੀਅਮ ਦੀ ਰਿਕੁਆਇਰਮੈਂਟ ਦਾ। ਸੋ ਤੁਸੀਂ ਇੱਕ ਸਲਾਹ ਲੈ ਕੇ ਪ੍ਰੋਪਰ ਪ੍ਰੋਫੈਸ਼ਨਲ ਤੋਂ ਤਾਂ ਹੀ ਤੁਸੀਂ ਆਪਣੇ ਸਪਲੀਮੈਂਟ ਸਟਾਰਟ ਕਰੋ।